ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ। ਅੱਜ ਫਿਰ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਦਰਸ਼ਕੋ, ਅੱਜ ਦੀਆਂ ਖਬਰਾਂ ਦੇ ਬਾਰੇ ਝਾਤੀ ਮਾਰਦੇ ਹਾਂ, ਤੁਹਾਨੂੰ ਦੱਸਦੇ ਹਾਂ ਕਿਹੜੀਆਂ ਖਬਰਾਂ ਜਿਹੜੀਆਂ ਅੱਜ ਤੁਹਾਡੇ रूबरू करांगे। इस सब तो पहले तुहानूं दस दईए कि इस प्रोग्राम में जो स्पॉन्सर करते हैं दिल्ली इमीग्रेशन सर्विसिज जिहड़ी प्रोग्राम में स्पॉन्सर करती है। वधेरे जानकारी लिए तुसीं दिल्ली इमीग्रेशन सर्विसिज के नाल कॉन्टैक्ट कर सकते हो नीचे दिते गए नंबरों पर। चलो फिर गल करते हैं आपां अज दी जिहड़ी हैगी पहली खबर की। नाभे दे विच सिद्धू मूसेवाला दा कट्टिया गया चलान, नंबर 1 खबर। इस ते भी चर्चा होगी। अगे हैगा केजरीवाल ने कहा कि घर कोरोना पॉजिटिव जोड़े मरीज आ उन्होंने घर में रहने लिए कहा गया, वो भी दसांगे क्यों कहा गया। तीजी खबर नाल जुड़े हुए हैं, फेसबुक ते लड़के ते लड़की बारे काफ़ी चर्चा हो रही है। वो उसका पूरा मुद्दा है कि उहदे बारे भी गलबात करांगे। एक फरीदकोट तो भी एक हादसा वापरिया, उहदे बारे भी तुहानूं दसांगे कि हादसा किद्दां सी, दिल दहलाउण वाला हादसा सीगा वो। सब तो पहला स्वागत करते हैं असीं प्रोग्राम दे विच मनप्रीत सिंह जी, तुहाडा हार्दिक स्वागत है जी। सत श्री अकाल जी, धन्नवाद जी। मनप्रीत सिंह जी, सब तो पहला जे गल करिए तो सिद्धू मूसेवाला काफ़ी चर्चा का विषय बनया होया जी। आम दिनों ती वो इस तरह ही रहिंदा क्योंकि वो तो उहदा काम ही यह आ। तो हुण जिहड़ी खबर सामने आई, जिहड़ी अज मुद्दे की गल आ, उहदा चलान कट्टिया गया पुलिस वालों। ਉਹਦੀ पूरी जानकारी की है जी, चलान कट्टिया गया, फिर की वापरिया उत्थे की होया, सारी साडे दर्शकों ਨੂੰ ਜਿਹੜੀ ਜਾਣਕਾਰੀ ਜ਼ਰੂਰ ਦਿੱਤੀ ਜਾਵੇ। ਸਿੱਧੂ ਮੂਸੇਵਾਲ ਤੇ ਇਸ ਟਾਈਮ ਕੁਝ ਇਹੋ ਜਿਹੇ ਐਕਟ ਲੱਗੇ ਹੋਏ ਨੇ ਜਿਹਦੇ ਵਿੱਚ ਉਹ ਗੈਰ ਜ਼ਮਾਨਤੀ ਨੇ, ਉਹਦੀ ਜ਼ਮਾਨਤ ਨਹੀਂ ਹੋ ਸਕਦੀ ਕਿ ਉਹਨੂੰ ਅਰੈਸਟ ਹੋਣਾ ਹੀ ਪੈਣਾ ਜੀ, ਠੀਕ ਆ। ਤੇ ਬੇਲ ਨਹੀਂ ਮਿਲੀ ਹਜੇ ਤੱਕ ਉਹਨੂੰ ਜੀ। ਹੋਇਆ ਕੀ ਹੈ ਕਿ ਇੱਕ ਨਾ ਨਾਭੇ ਦੇ ਵਿੱਚ ਆ, ਹਾਂਜੀ, ਬੋਰਾ ਗੇਟ ਆ, ਕੋਈ ਬੋਰਾ ਗੇਟ ਕੋਈ ਜੀ ਜੀ, ਉਹਦੇ ਕੋਲ ਦੇ ਉਹਨੂੰ ਰੋਕਿਆ ਗਿਆ ਜੀ। ਗੱਡੀ ਜੈਡ ਕਾਲੇ ਸ਼ੀਸ਼ੇ ਸੀ, 2 ਗੱਡੀਆਂ ਦੇ, ਜੈਡ ਬਲੈਕ ਗੱਡੀ ਜੀ। ਤੇ ਨਾਲ ਦੇ ਨਾਲ ਬੈਲਟ ਬੁਲਟ ਕੁਛ ਨਹੀਂ ਲੱਗਿਆ ਸੀਗਾ ਜੀ। ਹੋਇਆ ਕਿ ਉਹਦਾ ਚਲਾਨ ਕੱਟ ਕੇ ਤੇ ਤੋੜਤਾ। ਹਾਲਾਂਕਿ ਪੁਲਿਸ ਨੂੰ ਇਹ ਚਾਹੀਦਾ ਸੀਗਾ ਕਿ ਜਦੋਂ ਇਸ ਬੰਦੇ ਤੇ ਅਰੈਸਟ ਵਾਰੰਟ ਦਾ ਨਿਕਲਿਆ ਹੋਇਆ, ਅਰੈਸਟ ਕਰਨਾ, ਇਹਨੂੰ ਅਰੈਸਟ ਕਿਉਂ ਨਹੀਂ ਕੀਤਾ। ਉਹ ਤਾਂ ਆਪਾਂ ਕਹੀ ਜਾਂਦੇ ਹਾਂ ਕੋਈ ਦਿਨ ਪਹਿਲਾਂ ਦੀ ਗੱਲ ਆ। ਇੱਥੇ ਤੁਹਾਡੀ ਇੱਕ ਗੱਲ ਕੱਟਦਾ ਮੈਂ, ਅੱਗੇ ਬਾਅਦ ਚ ਦੱਸਿਆ ਜੋ। ਦਰਸ਼ਕੋ, ਤੁਹਾਨੂੰ ਦੱਸ ਦਈਏ, ਇੱਕ ਪਾਸੋਂ ਤਾਂ ਪੁਲਿਸ ਨੇ ਥੋੜ੍ਹੇ ਦਿਨ ਪਹਿਲਾਂ ਖਬਰ ਵੀ ਬੋਲੀ ਸੀ ਕਿ ਪੁਲਿਸ ਜਿਹੜੀ ਆ ਛਾਪੇਮਾਰੀ ਕਰ ਰਹੀ, ਉਹਦੇ ਘਰ ਦੇ ਵਿੱਚ ਲੌਕ ਲੱਗੇ ਹੋਏ ਆ, ਤਾਲੇ ਲੱਗੇ ਹੋਏ ਆ, ਘਰ ਦੇ ਫਰਾਰ ਆ। ਤਾਂ ਫਿਰ ਇਹਨੂੰ ਕੀ ਕਿਹਾ ਜਾਵੇ ਕਿ ਪੁਲਿਸ ਲਿਹਾਜ਼ਾ ਕਿਉਂ ਵਰਤ ਰਹੀ ਹੈ? ਕਿਉਂਕਿ ਪੁਲਿਸ ਦੇ ਕੋਲੇ ਆ ਕੇ ਉਹ ਬੰਦਾ ਸਹੀ ਸਲਾਮਤ ਉਸੇ ਤਰ੍ਹਾਂ ਹੀ ਚਲਾ ਜਾਂਦਾ ਕਿ ਚਲਾਨ ਕਟਵਾ ਕੇ ਨੋਰਮਲੀ। ਇਹਦੇ ਬਾਰੇ ਇੱਕ ਗੱਲ ਉਹੀ ਦੱਸਦੇ ਪਏ ਆ ਜੀ, ਤੁਹਾਨੂੰ ਉਹੀ ਦੱਸਣ ਲੱਗਿਆ ਸੀ ਮੈਂ। ਪਿੰਡ ਵਿੱਚ ਕੀ ਹੋਇਆ ਕਿ ਪਿੰਡ ਵਿੱਚ ਬੈਠਾ, ਕਹਿੰਦੇ ਪੁਲਿਸ ਗਈ ਪਿੰਡ ਵਿੱਚ, ਪਿੰਡ ਦੇ ਸਾਰੇ ਬੰਦੇ ਕਹਿੰਦੇ ਪਰਿਵਾਰ ਨੂੰ ਲੈ ਕੇ ਕਿਤੇ ਚਲਾ ਗਿਆ ਜੀ। ਖਬਰਾਂ ਲੱਗੀਆਂ, ਸਭ ਕੁਝ ਹੋਇਆ। ਸ਼ਰੇਆਮ ਅੱਜ ਵੀਡੀਓ ਵਾਇਰਲ ਹੋ ਰਹੀ ਹੈ। ਬਿਲਕੁਲ ਜੀ, ਬਿਲਕੁਲ। ਸਾਰੇ ਨਿਊਜ਼ ਚੈਨਲ ਚੱਲਦੀ ਪਈ ਹੈ, ਹਰ ਇੱਕ ਨਿਊਜ਼ ਚੈਨਲ ਤੇ ਕਿ ਹੋਇਆ ਕੀ ਹੈ ਕਿ ਉਹ ਬੰਦਾ ਉੱਥੇ ਬੈਠਾ ਹੈ ਕੁਰਸੀ ਤੇ, ਚਲਾਨ ਕਟਵਾ ਰਿਹਾ ਆਪਦਾ ਜੀ। ਇੰਨੇ ਪੁਲਿਸ ਮੁਲਾਜ਼ਮ ਕੋਲੇ ਖੜੇ ਹੋਏ ਆ। ਜੇ ਰਾਤ ਤੇ ਕੇਸ ਪਿਆ ਹੋਇਆ, AK-47 ਦਾ ਕੇਸ ਆ ਜੀ, ਬਿਲਕੁਲ। ਕੋਈ ਛੋਟਾ ਮੋਟਾ ਕਹਿੰਦੇ ਆਰਮਡ ਐਕਟ ਆ, ਆਰਮਡ ਐਕਟ ਜੀ। ਇਹਦੀ ਬੇਲ ਨਹੀਂ ਹੈਗੀ ਜੀ, ਬਿਲਕੁਲ। ਠੀਕ ਹੈ, ਪੁਲਿਸ ਲੱਭਦੀ ਪਈ ਆ। ਇੱਕ ਪਾਸੇ ਪੁਲਿਸ ਕਹਿੰਦੇ ਅਸੀਂ ਲੱਭ ਰਹੇ ਆ, ਅਸੀਂ ਛਾਪੇ ਮਾਰਦੇ ਪਏ, ਦੂਜੇ ਪਾਸੇ ਪੁਲਿਸ ਚਲਾਨ ਕੱਟ ਕੇ ਤੋਰੀ ਜਾਂਦੀ ਹੈ। ਇੱਥੇ ਮੰਨਿਆ ਜਾਵੇ ਕਿ ਉਹ ਛਾਪੇਮਾਰੀ ਜਿਹੜੀ ਖਬਰਾਂ ਦੇ ਵਿੱਚ ਹੀ ਕਰ ਰਹੇ ਆ। ਜਿਨ੍ਹਾਂ ਨੇ PIL, ਜਿਨ੍ਹਾਂ ਨੇ ਵਕੀਲ ਸਾਹਿਬ ਨੇ ਪਾਈ ਸੀ ਨਾ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਪੁਲਿਸ ਨਾਲ ਮਿਲੀ ਹੋਈ ਹੈ, ਪੁਲਿਸ ਕਾਰਵਾਈ ਨਹੀਂ ਕਰਦੀ। ਬਿਲਕੁਲ ਜੀ, ਬਿਲਕੁਲ। ਇੱਥੇ ਸਾਫ਼ ਹੀ ਜਿਹੜਾ ਕੁਝ ਦਿਨ ਪਹਿਲਾਂ ਦੀ ਗੱਲ ਆ, ਇੱਕ ਜਿਹੜਾ ਪ੍ਰਿੰਸੀਪਲ ਵਾ, ਜਿਹੜਾ ਉਹ ਸੀਗਾ ਆਪਣਾ ਜੀ, ਪਹਿਲਾ ਕਰੋਨਾ ਪ੍ਰੋਜੈਕਟ ਜਿਹੜਾ ਬੰਦਾ ਸੀਗਾ ਜੀ ਜੀ ਜੀ, ਠੀਕ ਹੈ, ਪਟਲਾਵੇ ਦਾ, ਪਟਲਾਵੇ ਜੀ, ਉਹਦੇ ਤੇ ਇਹਨੇ ਗਾਣਾ ਗਾਇਆ ਸੀਗਾ ਸਿੱਧੂ ਮੂਸੇਵਾਲੇ ਨੇ ਜੀ, ਬਿਲਕੁਲ। ਕਾਫੀ ਉਹਦੇ ਦੇ ਵਿੱਚ ਪੰਜਾਬ ਦੇ ਜੋ ਨੇ ਦਿਨਕਰ ਗੁਪਤਾ ਜੀ DGP, ਉਹਨਾਂ ਨੇ ਸ਼ੇਅਰ ਕੀਤਾ ਸੀਗਾ ਟਵਿੱਟਰ ਹੈਂਡਲ ਤੇ, ਪਰ ਉਹਦੀ ਕਾਫੀ ਰੌਲਾ ਪਿਆ ਸੀਗਾ। ਉਸ ਤੋਂ ਬਾਅਦ ਉਹਨੂੰ ਹਟਾ ਲਿਆ ਗਿਆ ਸੀਗਾ ਜੀ ਜੀ, ਤਾਂ ਕਿ ਇਹ ਸਮਝਿਆ ਜਾਵੇ ਕਿ ਪੁਲਿਸ ਨੂੰ ਆਪ ਸਾਥ ਦੇ ਰਹੀ ਹੈ। ਬਿਲਕੁਲ ਜੀ, ਸਪੋਰਟ ਪੂਰੀ ਹੋ ਰਹੀ ਆ। ਇੱਥੇ ਅਸੀਂ ਇਹ ਕਹਿਣ ਤੋਂ ਵੀ ਕੋਈ ਗਰੇਜ ਨਹੀਂ ਕਰਾਂਗੇ ਕਿ ਸਭ ਮਿਲੀ ਭੁਗਤ ਚੱਲ ਰਹੀ ਹੈ ਇੱਥੇ। ਕੋਈ ਕਿਸੇ, ਜੇ ਕੋਈ ਇਹੀ ਗਰੀਬ ਲੋਕ ਹੁੰਦੇ ਜਾਂ ਗਰੀਬ ਬੰਦਾ ਹੁੰਦਾ, ਜੇ ਕੋਈ ਚੱਕ ਕੇ ਅੰਦਰ ਕੀਤਾ ਹੋਣਾ ਹੀ, ਹੁਣ ਚੱਕ ਕੇ ਅੰਦਰ ਕੀਤਾ ਹੋਣਾ ਸੀਗਾ। ਤੇ ਅੱਜ ਸ਼ਰੇਆਮ ਉਹ ਘੁੰਮ ਰਹੇ ਆ, ਸ਼ਰੇਆਮ ਘੁੰਮਦਾ ਪਿਆ ਗੱਡੀਆਂ ਤੇ। ਪਹਿਲੀ ਗੱਲ ਤਾਂ ਕਿ 200 ਗੱਡੀਆਂ ਲੈ ਕੇ ਘੁੰਮੀ ਜਾਂਦਾ, ਬਿਲਕੁਲ ਜੀ, ਠੀਕ ਹੈ। ਸੋਸ਼ਲ ਡਿਸਟੈਂਸ ਕੋਈ ਨਹੀਂ ਰੱਖੀ ਹੋਈ ਜੀ ਜੀ। ਗੱਡੀਆਂ ਦੇ ਕਾਲੇ ਸ਼ੀਸ਼ੇ ਪੂਰੇ, ਜੈਡ ਬਲੈਕ ਗੱਡੀ ਕਹਿ ਸਕਦੇ ਆ ਤੁਸੀਂ, ਦੱਸ ਰਹੇ ਹੋ। ਤੇ ਇੱਥੇ ਕੀ ਫਿਲਮ ਲੱਗੀ ਹੋਵੇ ਤਾਂ ਥੋੜੀ ਜਿਹੀ, ਜਾਂ ਵੈਸੇ ਹੀ ਉਹ ਗਰਮੀ ਤੋਂ ਵੈਸੇ ਲਾਏ ਹੁੰਦੇ ਆਪਣੇ ਚਲਾਨ ਜੀ, ਚਲਾਨ। ਬਹੁਤ ਗਲਤ ਗੱਲ ਹੈ, ਉਹਨਾਂ ਲੋਕਾਂ ਲਈ ਇਹ ਰੂਲ ਨਹੀਂ ਹੈਗੇ। ਹੁਣ ਫੇਰ ਲੱਭਣਗੇ, ਕੱਲ ਨੂੰ ਖਬਰ ਆਊਗੀ ਅਸੀਂ ਕੋਸ਼ਿਸ਼ ਕੀਤੀ ਕੋਲੋਂ ਭਜਾਤਾ, ਕੋਸ਼ਿਸ਼ ਫੇਰ ਵੀ। ਹਾਂਜੀ, ਇਹ ਗੱਲ ਹੋਣੀ ਆ ਜੀ। ਬਹੁਤ ਇਹ ਜਿਹੜਾ ਕੁਝ ਕਹਿ ਨਹੀਂ ਸਕਦੇ, ਪੁਲਿਸ ਦੀ ਮਿਲੀ ਭੁਗਤੀ ਕਹਿ ਸਕਦੇ ਇੱਥੇ ਤਾਂ ਜੀ। ਸਾਡੇ ਜਿਹੜੇ ਦੇਸ਼ ਦੀਆਂ ਜਿਹੜੀਆਂ ਇੱਕ ਚਲੋ ਇਹ ਤਾਂ ਹੋ ਗਿਆ ਪੰਜਾਬ ਦੀ ਖਬਰ। ਇੱਕ ਨਾ ਦਿੱਲੀ ਦੇ ਵਿੱਚ ਨਾ ਇੱਕ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਜਿਹੜੇ ਕੋਰੋਨਾ ਪੋਜ਼ਿਟਿਵ ਮਜ਼ਦੂਰ ਜਿਹੜੇ ਮਰੀਜ਼ ਨੇ ਨਾ,
ਉਹਨਾਂ ਨੂੰ ਉਹਨਾਂ ਇਲਾਜ ਘਰ 'ਚ ਕੀਤਾ ਜਾਊਗਾ। ਉੱਤੇ ਕੋਈ ਲੋਕ ਨਾ ਥੱਲੇ ਕਮੈਂਟ ਕਰਦੇ ਪਏ ਸੀਗੇ ਜੀ, ਬੇਵਕੂਫ ਇਹ ਉਹ ਸਮਥਿੰਗ ਲਾਈਕ ਕਿ ਇਹਨੂੰ ਅਕਲ ਨਹੀਂ ਹੈਗੀ, ਲੋਕਾਂ ਨੂੰ ਬਚਾਉਣਾ ਨਹੀਂ ਚਾਹੁੰਦਾ, ਇਹ ਨਹੀਂ ਕਰਦਾ ਪਿਆ, ਉਹ ਨਹੀਂ ਕਰਦਾ ਪਿਆਗਾ, ਹਸਪਤਾਲ ਕਾਹਦੇ ਲਈ ਬਣਾਏ ਨੇ। ਪਹਿਲਾਂ ਉਹਨੂੰ ਸਮਝੋ ਉਹਨਾਂ ਨੇ ਕੀ ਕਿਹਾ। ਮੈਂ ਉਹਦਾ ਪੂਰਾ ਇੰਟਰਵਿਊ ਸੁਣਿਆ ਅੱਜ ਜੋ ਚੈਨਲ ਦਿੱਤਾ ਸੀ ਪੂਰਾ। ਉਹ ਕਹਿੰਦੇ ਪਏ ਨੇ ਕਿ ਦੇਖੋ ਹਸਪਤਾਲ 'ਚ ਕੀ ਹੁੰਦਾ ਜੀ, ਵੱਧ ਤੋਂ ਵੱਧ ਯਾਨੀ ਕਿ ਤੁਹਾਨੂੰ ਮੈਡੀਸਨ ਦਿੱਤੀ ਜਾਂਦੀ ਆ ਜਾਂ ਆਕਸੀਜਨ ਦਿੱਤੀ ਜਾਂਦੀ ਆ, ਪੈਰਾਸੀਟਾਮੋਲ ਹੀ ਦਿੰਦੇ ਉੱਥੇ। ਬਿਲਕੁਲ ਜੀ, ਬਿਲਕੁਲ। ਖਾਣਾ ਪੀਣਾ ਇਹਦਾ ਪੈਰਾਸੀਟਾਮੋਲ ਦਿੰਦੇ, ਇਹੀ ਦਵਾਈ ਚੱਲ ਕੋਈ ਹੋਰ ਤਾਂ ਇਹਦੀ ਮੈਡੀਸਨ ਬਣੀ ਨਹੀਂ, ਆਈ ਨਹੀਂ ਕੋਈ ਵੀ। ਬਿਲਕੁਲ ਜੀ। ਇਸ ਚੱਕਰ 'ਚ ਉਹ ਕਹਿੰਦੇ ਕਿ ਜੇ ਤੁਹਾਨੂੰ ਕਿਸੇ ਬੰਦੇ ਨੂੰ ਕੋਰੋਨਾ ਪੋਜ਼ਿਟਿਵ ਹੈ ਤੁਹਾਨੂੰ ਡਾਕਟਰ 2-3 ਵਾਰ ਦੱਸ ਕੇ ਜਾਣਗੇ ਆ ਕੇ ਕਿਵੇਂ ਰਹਿਣਾ ਕਿਵੇਂ ਨਹੀਂ। ਤੁਸੀਂ ਪਰਿਵਾਰ 'ਚ ਰਹੋ, ਬਸ ਘਰੋਂ ਬਾਹਰ ਨਹੀਂ ਜਾਣਾ, ਘਰੋਂ ਬਾਹਰ ਆਪਦੇ ਪਰਿਵਾਰ 'ਚ ਰਹੋ। ਮੇਰੀ ਗੱਲ ਆਪਣੀ ਪਰਸਨਲ ਤੌਰ ਤੇ ਗੱਲ ਮੰਨਣੀ ਆ ਕਿ ਬੰਦਾ ਜਿਹਨੂੰ ਕੋਰੋਨਾ ਹੈਗਾ ਉਹ ਆਪਦੇ ਪਰਿਵਾਰ ਵਿੱਚ ਰਹਿ ਕੇ ਜਲਦੀ ਹੀ ਰਿਕਵਰ ਕਰੇਗਾ ਹਸਪਤਾਲ ਦੇ ਰਹਿਣ ਦੇ ਮੁਕਾਬਲੇ। ਬਿਲਕੁਲ ਜੀ। ਜਿੱਥੇ ਉਹਨੂੰ ਇੱਕ ਪਾਸੇ ਇਕਾਂਤਵਾਸ ਕੀਤਾ ਜਾਵੇਗਾ, ਕਈ ਤਾਂ ਵਿਚਾਰੇ ਇਦਾਂ ਵੀ ਹੁੰਦੇ ਜ਼ਿਆਦਾ ਏਜ ਹੋਣ ਕਾਰਨ ਉਹ ਦਿਲ ਵੀ ਛੱਡ ਜਾਂਦੇ ਆ, ਅਟੈਕ ਵੀ ਹੋ ਜਾਂਦਾ। ਮੈਂ ਤੁਹਾਨੂੰ ਉਹੀ ਕਹਿ ਰਿਹਾ ਦੇ ਨਾਲ ਮੌਤਾਂ ਵੀ ਹੁੰਦੀਆਂ ਨੇ। ਦੂਜੀ ਗੱਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਜਿਹੜੇ ਕੋਈ ਮਰੀਜ਼ ਹੋਊਗਾ ਉਹਨੂੰ ਆਕਸੀਮੀਟਰ ਅਸੀਂ ਪ੍ਰੋਵਾਈਡ ਕਰਾਂਗੇ। ਹੁਣ ਬਹੁਤ ਵਧੀਆ ਆਕਸੀਮੀਟਰ ਦਾ ਮਤਲਬ ਇਹ ਆ ਕਿ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਕਰੋਨਾ ਪੋਜ਼ਿਟਿਵ ਜਿਹੜਾ ਹੈਗਾ ਉਹਦੀ ਆਕਸੀਜਨ ਘਟ ਜਾਂਦੀ ਹੈ ਬਾਡੀ ਵਿੱਚ। ਜੀ ਜੀ ਜੀ। ਜਿਹਦੇ ਕਰਕੇ ਉਹ ਸਾਹ ਔਖਾ ਹੁੰਦਾ। ਕਹਿੰਦਾ ਤੁਸੀਂ 3 ਵਾਰ ਆਪਦਾ ਆਕਸੀਮੀਟਰ ਨਾਲ ਆਕਸੀਜਨ ਚੈੱਕ ਕਰਨੇ, ਜੇ ਤੁਹਾਨੂੰ ਲੱਗਦਾ ਘੱਟ ਹੈ ਸਾਨੂੰ ਫੋਨ ਕਰੋ, ਅਸੀਂ ਨਾਲ ਪਹੁੰਚਾਂਗੇ। ਵਾਹ ਜੀ ਵਾਹ। ਠੀਕ ਹੈ। ਕਹਿੰਦੇ ਜਿਹੜੇ ਬੰਦੇ ਜਿਨ੍ਹਾਂ ਨੂੰ ਪਤਾ ਹੈ ਕਿ ਹਾਂ ਇਹ ਆਪਣੇ ਆਪ ਠੀਕ ਹੋ ਜਾਣਾ, ਇਮਿਊਨਿਟੀ ਸਿਸਟਮ ਠੀਕ ਹੈਗਾ, ਉਹਨੂੰ ਹਸਪਤਾਲ ਜਾਣ ਦੀ ਲੋੜ ਨਹੀਂ। ਬਿਲਕੁਲ ਜੀ, ਬਿਲਕੁਲ ਬਿਲਕੁਲ। ਹਸਪਤਾਲ ਜਾ ਕੇ ਕੀ ਕਰਨਗੇ? ਉਹ ਕਹਿੰਦੇ ਜਿਹੜੇ ਬਹੁਤ ਜ਼ਿਆਦਾ ਸੀਰੀਅਸ ਮਰੀਜ਼ ਨੇ ਉਹਨਾਂ ਦੇ ਆਪਾਂ ਜਗ੍ਹਾ ਰੋਕਦੇ ਉੱਥੇ ਜਾ ਕੇ। ਬਿਲਕੁਲ ਜੀ, ਬਿਲਕੁਲ। ਆਪਾਂ ਕੋਸ਼ਿਸ਼ ਕਰੀਏ ਕਿ ਜਿਹੜੇ ਸੀਰੀਅਸ ਮਰੀਜ਼ ਨੇ ਨਾ ਉਹਨਾਂ ਨੂੰ ਹਸਪਤਾਲ 'ਚ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਬਾਕੀ ਜਿਹੜੇ ਜਿਹਨਾਂ ਨੂੰ ਲੱਗਦਾ ਵੀ ਹੈਗਾ ਕਰੋਨਾ, ਉਹਨਾਂ ਨੂੰ ਘਰ ਦੇ ਵਿੱਚ ਇਲਾਜ ਲੈਣਾ ਚਾਹੀਦਾ। ਉਹਨਾਂ ਦਾ ਇਲਾਜ ਦੇਖੋ ਜੀ, ਇਲਾਜ ਦੇਖੋ ਕਿਸੇ ਹਸਪਤਾਲ ਵਿੱਚ ਕੋਈ ਇਲਾਜ ਨਹੀਂ ਹੈਗਾ, ਕੋਈ ਦਵਾਈ ਨਹੀਂ ਬਣੀ ਹੋਏਗੀ। ਤੁਹਾਡੇ ਇਮਿਊਨਿਟੀ ਸਿਸਟਮ ਨੇ ਤੁਹਾਨੂੰ ਠੀਕ ਕਰਨਾ, ਤੁਹਾਡੀ ਵਿਲ ਪਾਵਰ ਨੇ ਠੀਕ ਕਰਨਾ। ਬਿਲਕੁਲ ਜੀ। ਜੇ ਆਪਣੀ ਇਮਿਊਨਿਟੀ ਸਿਸਟਮ ਤਕੜਾ ਤਾਂ ਆਪਣਾ ਬੋਡੀ ਜਿਹੜਾ ਹੈਗਾ ਅੰਦਰਲੀ ਪਾਵਰ ਪੂਰੀ ਹੈ ਤਾਂ ਫਿਰ ਉੱਤੇ ਆਪਾਂ ਇਹ ਤੇ ਜ਼ਰੂਰ ਹੈਗਾ ਕਿ ਜੇ ਕਿਸੇ ਬੰਦੇ ਨੂੰ ਕਰੋਨਾ ਹੋ ਜਾਂਦਾ ਕੋਈ ਕੋਸ਼ਿਸ਼ ਕਰੇ ਕਿਸੇ ਹੋਰ ਬੰਦੇ ਨੂੰ ਨਾ ਮਿਲੇ। ਹਾਂ, ਇਹ ਚੀਜ਼ ਜ਼ਰੂਰ ਆ ਕਿ ਜੇ ਲੱਗਦਾ ਵੀ ਆਪਾਂ ਨੂੰ ਹੈਗਾ ਉਹ 'ਚ ਪੋਜ਼ਿਟਿਵ ਪਾਇਆ ਜਾਂਦਾ ਤਾਂ ਉਹ ਕਿਸੇ ਆਪਦੇ ਰਿਸ਼ਤੇਦਾਰੀ ਜਾਂ ਬਾਹਰ ਆਉਣ ਜਾਣ ਤੋਂ ਜਿਹੜਾ ਉਹਨੂੰ ਪਰਹੇਜ਼ ਕਰਨਾ ਚਾਹੀਦਾ। ਜੀ ਮਨਪ੍ਰੀਤ ਜੀ, ਅਗਲੀ ਖਬਰ ਵੱਲ ਆਪਾਂ ਵਧਦੇ ਹੋਈ ਆ। ਉਹ ਦਿੱਲੀ ਆਪਣੇ ਫੇਸਬੁੱਕ ਵਾਲੀ ਜੀ, ਫੇਸਬੁੱਕ ਦੀ ਜੀ ਖਬਰ ਆਈ, ਉਹਦੀ ਪੁਸ਼ਟੀ ਨਹੀਂ ਕਰਦੇ ਹਜੇ ਅਸੀਂ ਜੀ, ਕਿਉਂਕਿ ਖਬਰ ਆ ਰਹੀ ਹੈ ਕਿ ਪਿਕਚਰ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਿ ਨਾ ਕੋਈ ਲੜਕੀ ਹੈ ਯੂਟੀ ਹੈ, ਮੀਨਸ ਕਿ ਕਹਿੰਦੇ ਆ ਕਿ ਕੋਈ 25 ਸਾਲ ਦੀ ਹੈ। 6 ਮਹੀਨੇ ਪਹਿਲਾਂ ਕਿਸੇ ਬੰਦੇ ਨੂੰ ਮਿਲੀ ਫੇਸਬੁੱਕ ਤੇ, ਫੋਟੋ ਲਗਾਈ ਹੋਈ ਸੀ, ਆਨਲਾਈਨ ਹੀ ਗੱਲਬਾਤ ਚੱਲਦੀ ਰਹੀ ਜੀ। ਤੇ ਇੱਕ ਦਿਨ ਵੈਸੇ ਕਹਿੰਦਾ ਮੈਂ ਮਿਲਣ ਨੂੰ ਬੁਲਾਉਂਦੀ ਰਹੀ, ਉਹ ਮੁੰਡਾ ਆਇਆ ਨਹੀਂਗਾ। ਇੱਕ ਦਿਨ ਫਿਰ ਕੀ ਕੀਤਾ ਉਹਨੇ, ਉਹ ਜਿੱਥੇ ਦੱਸਿਆ ਸੀ ਉਹਨੇ ਕਿਸ਼ਤੀ ਆ ਕੋਈ ਦਿੱਲੀ ਤੋਂ, ਕਿਸ਼ਤੀ ਪਹੁੰਚ ਗਈ ਉਹ ਜੀ। ਤੇ ਉਹਨੇ ਬੰਦੇ ਨੇ ਫੋਨ ਚੱਕਣਾ ਬੰਦ ਕਰਤਾ। ਫੋਨ ਚੱਕਣਾ ਬੰਦ ਕਰਤਾ, ਉਹਨੇ ਕੀ ਕੀਤਾ ਕਿਸੇ ਹੋਰ ਦੇ ਫੋਨ ਤੋਂ ਲੈ ਕੇ ਫੋਨ ਕੀਤਾ, ਉਹਨੇ ਚੱਕ ਲਿਆ, ਉਹਦੇ ਕੋਲੇ ਪਹੁੰਚ ਗਈ। ਜਦੋਂ ਦੇਖਿਆ ਉਹ ਬੰਦਾ ਸੀਗਾ 62 ਸਾਲਾਂ ਦਾ ਬਜ਼ੁਰਗ। ਵਾਹ ਜੀ ਵਾਹ। ਕਹਿੰਦੇ ਮੇਰੇ ਦਾਦੇ ਦੀ ਉਮਰ ਦਾ, ਕਾਫੀ ਰੌਲਾ ਪਿਆ ਉਦੋਂ, ਗਾਲਾਂ ਕੱਢ ਕੇ ਭੱਜ ਗਈ, ਉੱਥੇ ਚਲੀ ਗਈ ਉਹ। ਤੇ ਇਸ ਕਰਕੇ ਕਹਿੰਦਾ ਜਿਹੜਾ ਫੇਸਬੁੱਕ ਦਾ ਪਿਆਰ ਹੁੰਦਾ ਧਿਆਨ ਨਾਲ ਦੇਖਿਆ ਕਰੋ ਜੀ ਜੀ। ਇਹ ਜਿਹੇ ਕਾਰਨ ਵੀ ਬਹੁਤ ਹੁੰਦੇ, ਕਾਫੀ ਚਰਚਾ ਹੋ ਰਹੀ ਹੈ ਇਹਦੀ ਉੱਤੇ ਅਖਬਾਰ ਦੇ ਮੁਤਾਬਕ ਜੀ ਕਿ ਕੀ ਹੋਇਆ 62 ਸਾਲਾਂ ਦੇ ਕਿੱਥੋਂ ਜਵਾਨੀ ਚੜੀ ਹੈ। ਤੇ ਬਜ਼ੁਰਗ ਤੋਂ ਪੁੱਛਿਆ ਗਿਆ, ਉਹ ਕਹਿੰਦਾ ਮੈਂ ਤਾਂ ਵੈਸੇ ਯਾਰ ਮੈਨੂੰ ਕਿਹਦੇ ਨਾਲ ਪੱਲੇ ਪੈ ਜੂ। ਅੱਛਾ ਕਹਿੰਦਾ ਮੈਨੂੰ ਕੀ ਪਤਾ ਮੇਰੇ ਪੱਲੇ, ਵੈਸੇ ਆਪਦਾ ਟਾਈਮ ਪਾਸ ਕਰਦਾ ਸੀ। ਉਹਨੇ ਆਪ ਪਤਾ ਸੀ ਗੱਲ 'ਚ ਪੈ ਵੀ ਸਕਦਾ ਕਿਤੇ ਉਲਾਵਾਂ ਜੀ ਜੀ। ਕਦੇ ਵੀ ਇਹ ਜਿਹੀਆਂ ਜਿਹੜਾ ਆਨਲਾਈਨ ਜੋ ਵੀ ਵੈਬਸਾਈਟਾਂ ਜਾਂ ਕੋਈ ਸੋਸ਼ਲ ਮੀਡੀਆ ਤੇ ਤੁਸੀਂ ਪੂਰਾ ਵਿਸ਼ਵਾਸ ਨਾ ਕਰਿਆ ਕਰੋ, ਕਿਉਂਕਿ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਫੇਕ ਹੀ ਮਿਲਦੇ ਨੇ, ਮੋਸਟਲੀ ਫੇਕ ਮਿਲਦੇ ਨੇ ਜੀ। ਮਨਪ੍ਰੀਤ ਜੀ, ਅਗਲੀ ਖਬਰ ਜਿਹੜੀ ਸਮਾਣਾ ਦੇ ਵਿੱਚ ਜਿਹੜੀ ਕੁੜੀਆਂ ਇੱਕ ਅਵਾਰਾ ਕੁੱਤਿਆਂ ਨੇ ਜਿਹੜਾ ਖਬਰ ਸਾਹਮਣੇ ਆਈ ਆ, ਆਪਾਂ ਪਿਛਲੇ ਦਿਨ ਵੀ ਚਰਚਾ ਕੀਤੀ ਸੀ ਅਵਾਰਾ ਕੁੱਤਿਆਂ ਦੇ ਕਾਰਨ ਕਿੰਨਾ ਨੁਕਸਾਨ ਹੋ ਰਿਹਾ। ਪਿੱਛੇ 2 ਸਾਲ ਦਾ ਬੇਟਾ ਸੀਗਾ ਜਿਹੜਾ ਬੱਚਾ, ਜਿਹੜਾ ਕੁੱਤਿਆਂ ਨੇ ਤਰਨਤਾਰਨ ਦੀ ਖਬਰ ਸੀ, ਉਹ ਨੋਚ ਕੇ ਉਹਨੂੰ ਜਿਹੜਾ ਮਾਰ ਦਿੱਤਾ ਸੀਗਾ। ਅੱਜ ਜਿਹੜੀ ਕਿਹੜੀ ਖਬਰ ਇਹ ਖਬਰ ਆਈ ਆ ਜੀ, ਸਮਾਣਾ ਤੋਂ ਆ ਰਹੀ ਹੈ। ਕੋਈ ਕਿਸਾਨ ਸੀਗਾ, ਉਹਨਾਂ ਆਪਦੇ ਖੇਤਾਂ ਨੂੰ ਗਿਆ ਜੀ, ਘਰੇ ਕਹਿ ਖੇਤਾਂ ਨੂੰ ਗਿਆ ਤੇ ਉੱਥੇ ਕਿ ਉਹਨੂੰ ਕੁੱਤੇ ਕੁਛ ਉਹਦੇ ਮਗਰ ਪੈ ਗਏ ਖੇਤ ਦੇ ਵਿੱਚ, ਕੋਈ ਨਜ਼ਦੀਕ ਹੈ ਨਹੀਂ ਸੀਗਾ ਤੇ ਉਹਨੂੰ ਯਾਨੀ ਕਿ ਨੋਚ ਕੇ ਮਾਰਤਾ, ਡੈਥ ਹੋ ਗਈ ਬੰਦੇ ਦੀ। ਬੰਦੇ ਦਾ ਨਾਮ ਹੈਗਾ ਜੀ ਨਿਰਮਲ ਸਿੰਘ ਸਨ ਆਫ ਗੁਰਦੇਵ ਸਿੰਘ ਜੀ। ਸਮਾਣੇ ਦੀ ਇਹ ਕਿ ਜਦੋਂ ਉਹਨਾਂ ਦੇ ਜੋ ਉਹਨਾਂ ਦੇ ਘਰੋਂ ਸੀ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਦੇਖੋ ਜੀ ਜਿਹੜਾ ਕਾਨੂੰਨ ਬਣਿਆ ਹੈਗਾ ਇਹਨਾਂ ਕਰਕੇ ਪ੍ਰੋਬਲਮ ਹੈ, ਆਪਾਂ ਇਹਨਾਂ ਨੂੰ ਮਾਰ ਨਹੀਂ ਸਕਦੇ। ਇਹਨਾਂ ਨੇ ਅੱਜ ਬੰਦਾ ਮਾਰਤਾ। ਹੁੰਦਾ ਕੀ ਪਿਆ ਕਿ ਹੱਡਾ ਰੋੜੀ ਵਾਲੇ ਜਿਹੜੇ ਕੁੱਤੇ ਹੁੰਦੇ ਨੇ ਮਾਸ ਖਾਣ ਗਿੱਜੇ ਹੁੰਦੇ ਆ ਜੀ। ਬਿਲਕੁਲ ਜੀ, ਬਿਲਕੁਲ। ਆਮ ਪਿੰਡਾਂ 'ਚ ਵੀ ਦੇਖਦੇ ਹੱਡਾ ਰੋੜੀਆਂ ਬੜੀਆਂ। ਬਿਲਕੁਲ ਜੀ। ਅੱਜ ਕੱਲ ਨਹੀਂ ਆ ਰਿਹਾਗਾ ਤੇ ਫਿਰ ਬੰਦਿਆਂ ਨੂੰ ਪੈਣਾ ਸ਼ੁਰੂ ਹੋ ਗਿਆ। ਕਾਫੀ ਜਗ੍ਹਾ ਤੇ ਵਾਰਦਾਤਾਂ ਹੋ ਰਹੀਆਂ ਤੇ ਥੋੜਾ ਧਿਆਨ ਨਾਲ ਜਾਓ ਜੇ ਬਾਹਰ ਅੰਦਰ ਜਾਣਾ। ਬਿਲਕੁਲ ਜੀ, ਬਿਲਕੁਲ। ਠੀਕ ਹੈ ਨੀ, ਖਾਸ ਕਰਕੇ ਜਿਹੜੇ ਹੱਡਾ ਰੋੜੀ ਦੇ ਕੁੱਤੇ ਆ
ਉਹ ਤਾਂ ਹੁੰਦੇ ਹੀ ਭਿਆਨਕ ਜ਼ਿਆਦਾ ਖਤਰੇ ਵਾਲੇ ਕੁੱਤੇ ਹੀ ਕਹਿ ਸਕਦੇ ਹਨ, ਕਿਉਂਕਿ ਉਹਨਾਂ ਦੇ ਮਾਸ ਮੂੰਹ ਨੂੰ ਲੱਗਾ ਹੁੰਦਾ। ਸਹੀ ਗੱਲ ਆ ਜੀ। ਤੇ ਹੁਣ ਪਸ਼ੂ ਜਿਹੜੇ ਹੈਗੇ ਆ ਅਵਾਰਾ ਜਿਹੜੇ ਅੱਗੇ ਪਿੰਡਾਂ ਦੇ ਵਿੱਚ ਜੇ ਮੱਝ ਜਾਂ ਕੋਈ ਗਾਂ ਜਾਂ ਕੋਈ ਕੁਛ ਹੋ ਜਾਣਾ ਤਾਂ ਉਹ ਦੇ ਦਿੰਦੇ ਸੀ, ਆਪਾਂ ਚੁਕਾ ਦਿੰਦੇ ਸੀ ਤੇ ਉਹ ਹੱਡਾ ਰੋੜੀ 'ਚ ਸਿੱਟ ਆਉਂਦੇ ਹੁੰਦੇ ਸੀਗੇ। ਤੇ ਪਰ ਹੁਣ ਇਹ ਚੀਜ਼ਾਂ ਨਹੀਂ ਮਿਲਦੀਆਂ ਤੇ ਕੁੱਤਿਆਂ ਦੇ ਮੂੰਹ ਨੂੰ ਮਾਸ ਲੱਗਾ ਤੇ ਫਿਰ ਉਹਨਾਂ ਨੇ ਤਾਂ ਕੁਛ ਕਰਨਾ ਹੀ ਆ ਜੀ। ਤੇ ਇੱਥੇ ਗਲਤੀ ਕਿਹਦੀ ਮੰਨੀ ਜਾਵੇ ਕਿ ਕੋਈ ਕੁੱਤਿਆਂ ਨੂੰ ਅਵਾਰਾ ਕੁੱਤਿਆਂ ਦੇ ਕਾਰਨ ਪਹਿਲਾਂ ਵੀ ਕਾਫੀ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਸੀਗੀਆਂ ਸਾਡੀਆਂ ਸਰਕਾਰਾਂ ਦੀ। ਬਿਲਕੁਲ ਜੀ। ਇਕੱਲੇ ਅਵਾਰਾ ਕੁੱਤੇ ਨਹੀਂ, ਅਵਾਰਾ ਪਸ਼ੂ ਵੀ ਬਹੁਤ ਨੇ। ਅਵਾਰਾ ਪਸ਼ੂ ਵੀ ਬਹੁਤ ਹੈ, ਕਿ ਇਕੱਲੇ ਕੁੱਤੇ ਨਹੀਂ ਨਾ ਹੈਗੇ, ਗੱਡੀਆਂ ਕਿੰਨੀਆਂ ਵੱਜਦੀਆਂ ਹੈਗੀਆਂ ਜੀ, ਕੀ ਕੁਛ ਹੁੰਦਾ ਹੈਗਾ। ਆਮ ਹੀ ਦੇਖਿਆ ਜਾਂਦਾ ਧੁੰਦ ਦੇ ਵਿੱਚ ਅਵਾਰਾ ਪਸ਼ੂਆਂ ਦੇ ਕਾਰਨ ਕਿੰਨੇ ਨੁਕਸਾਨ ਹੁੰਦੇ, ਕਿੰਨੀਆਂ ਮੌਤਾਂ ਹੁੰਦੀਆਂ, ਕਿੰਨਿਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ। ਇਹ ਤਾਂ ਖਬਰਾਂ ਆਮ ਹੀ ਆਪਾਂ ਜਦੋਂ ਬਿਲਕੁਲ ਜੀ ਕਿ ਧਿਆਨ ਰੱਖਣ ਵਾਲਾ ਨਹੀਂ, ਹਾਲਾਂਕਿ ਪੈਸੇ ਲੈ ਜਾਂਦੇ ਇਹਨਾਂ ਨੂੰ ਸਾਂਭਣ ਦੇ। ਇੱਕ 25 ਸਾਲਾ ਲੜਕੀ, ਨੌਜਵਾਨ ਲੜਕੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਬਹੁਤ ਜ਼ਰੂਰੀ ਗੱਲ ਕਰਨ ਵਾਲੀ ਹੈ ਜੀ। ਇਹਦੇ ਬਾਰੇ ਵੀ ਜ਼ਰੂਰ ਬਣਦੀ ਜੀ ਆਪਣੀ ਕੀ ਇਹਦੀ ਪੂਰੀ ਜਾਣਕਾਰੀ। ਇਹ ਹੋਇਆ ਕੀ ਜੀ, ਇਹ ਲੜਕੀ ਦਾ ਨਾਮ ਹੈਗਾ ਦੀਪਿਕਾ ਸਿੰਘ, 25 ਸਾਲ ਦੀ ਲੜਕੀ ਹੈ, ਬੰਬੇ ਦੀ ਰਹਿਣ ਵਾਲੀ ਹੈ ਜੀ। ਇਹ ਹੈਗੀ ਜੀ ਸਾਈਬਰ ਸਿਕਿਉਰਿਟੀ ਰਿਸਰਚਰ ਦੇ ਤੌਰ ਤੇ ਕੰਮ ਕਰਦੀ ਪਈ ਹੈ ਜੀ। ਯਾਨੀ ਕਿ ਸਾਈਬਰ ਸਿਕਿਉਰਿਟੀ ਜਿਹੜੀ ਅਸੀਂ ਕੱਲ ਗੱਲ ਕੀਤੀ ਸੀ ਨਾ ਕਿ ਸਿਕਿਉਰਿਟੀ ਪ੍ਰੋਵਾਈਡ ਕਰਦੀ ਹੈ ਸਾਈਬਰ ਸਿਕਿਉਰਿਟੀ ਜੀ। ਇਹਦੇ ਕੋਈ ਰਿਸ਼ਤੇਦਾਰ ਸੀ ਕੁਝ ਟਾਈਮ ਪਹਿਲਾਂ, ਜਦੋਂ ਲਾਕਡਾਊਨ ਦੇ ਕਰਕੇ ਫਸ ਗਏ ਸੀ ਦਿੱਲੀ 'ਚ। ਉਦੋਂ ਯਾਨੀ ਕਿ ਉਹਨਾਂ ਨੂੰ ਤਾਂ ਕਿਸੇ ਤਰੀਕੇ ਇਹਨਾਂ ਨੇ ਬੁਲਾ ਲਿਆ ਜਾਂ ਲੈ ਗਈ, ਜਿਵੇਂ ਮਰਜ਼ੀ ਆਪਦਾ ਪਾਸ ਵਗੈਰਾ ਬਣਵਾ ਕੇ ਕਰਕੇ, ਠੀਕ ਹੈ ਨਹੀਂ। ਪਰ ਉਹਦੇ ਨਾਲ ਨਾ ਕੋਈ ਪਾਲਤੂ ਜਾਨਵਰ ਸੀਗੇ, ਉਹਨਾਂ ਨੂੰ ਉੱਥੇ ਛੱਡਣਾ ਪੈ ਗਿਆ ਸੀ ਇੱਕ ਵਾਰ ਦਿੱਲੀ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਫਿਰ ਇਹ ਸੋਚਿਆ ਕਿ ਨਹੀਂ, ਪਾਲਤੂ ਜਾਨਵਰ ਨੂੰ ਆਏ ਨਹੀਂ ਛੱਡਣਾ ਆਪਾਂ ਜੀ। ਹੁਣ ਉਸ ਕੁੜੀ ਨੇ ਇੱਕ ਜੈਟ ਹਾਇਰ ਕੀਤਾ 9.5 ਲੱਖ 6 ਸੀਟਾਂ ਵਾਲਾ 6 ਜਾਨਵਰ ਨੂੰ। ਜਿਹੜੇ ਉਹ ਜਾਨਵਰ ਹੈਗੇ ਉਹ ਹੁਣ ਯਾਨੀ ਕਿ ਗੱਲ ਹੋ ਗਈ ਹੈ ਸਾਰੀ, ਉਹ ਦਿੱਲੀ ਤੋਂ ਲੈ ਕੇ ਬੰਬੇ ਜਾਣਗੇ। ਬੰਬੇ ਜਿਹੜੇ ਉਹਨਾਂ ਦੇ ਮਾਲਕ ਹੈਗੇ, ਜਿਹੜੇ ਰਿਸ਼ਤੇਦਾਰ ਮਾਲਕ ਹੈਗੇ, ਉਹਨਾਂ ਤੱਕ ਪਹੁੰਚਾਏ ਜਾਣਗੇ ਉਹ ਜਾਨਵਰ। ਦੇਖਿਆ ਜਾਵੇ ਕਿ ਇੱਕ ਪਾਸੇ ਤਾਂ ਜਿਵੇਂ ਹਾਥੀ ਦੇ ਵਿੱਚ ਇਹ ਕਰ ਰਹੇ ਆ ਆਪਾਂ, ਜਾਂ ਬਿਲਕੁਲ ਜੀ। ਅੱਜ ਹਿਮਾਚਲ ਤੋਂ ਵੀ ਖਬਰ ਆਈ ਸੀ ਗਾਂ ਨੂੰ ਵੀ ਉਹ ਜਿਹੜਾ ਦਿੱਤਾ ਗਿਆ, ਉਹਨੂੰ ਵੀ ਦਿੱਤਾ ਗਿਆ। ਹਾਂਜੀ, ਉਹਦੀ ਮੌਤ ਹੋ ਗਈ, ਉਹਦੀ ਮੌਤ ਹੋ ਗਿਆ। ਤੇ ਇੱਕ ਪਾਸੇ ਇਹੋ ਜਿਹੇ ਕੰਮ ਕਰ, ਦੂਜੇ ਪਾਸੇ ਕੁਝ ਇਹੋ ਜਿਹੇ ਲੋਕ ਵੀ ਨੇ ਜੀ ਜੀ ਜਿਹੜੇ ਇਹਨਾਂ ਨੂੰ ਸੰਭਾਲ ਰਹੇ ਨੇ ਜੀ, ਜਿਹੜਾ ਚਾਹੁੰਦੇ ਨੇ ਕਿ ਜਿਹੜਾ ਇਨਸਾਨੀਅਤ ਦਿਖਾ ਰਹੇ ਨੇ, ਅੰਦਰਲੀ ਇਨਸਾਨੀਅਤ। ਉਹ ਜਿਹੜੀ ਲੜਕੀ ਦੇ ਵਿੱਚ ਜਾਗੀ ਆ, ਉਹਨੇ ਕਰਕੇ ਵਿਖਾਇਆ ਕੁਛ। ਤੇ ਜਦੋਂ ਮਾਲਕ ਨੇ ਗੱਲ ਕਹੀ, ਜੇ ਬਾਈ ਚਾਂਸ ਕਹਿੰਦੇ ਸਾਨੂੰ ਜੈਟ ਦੇ ਨਾਮ ਹੀ ਪਰਮਿਸ਼ਨ ਮਿਲਣਾ ਸੀ, ਫਿਰ ਕਾਰਗੋ ਨਾਲ ਜਾਂ ਜਿਵੇਂ ਮਰਜ਼ੀ ਕਿਸੇ ਨਾ ਕਿਸੇ ਤਰੀਕੇ ਪਹੁੰਚਾਵਾਂਗੇ, ਕਰਕੇ ਉਹਨਾਂ ਨੂੰ ਪਹੁੰਚਾਉਣਗੇ ਜ਼ਰੂਰ। ਇਹ ਉਹਨਾਂ ਨੇ ਪਰਨ ਕਰ ਲਿਆ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਟਿਕਾਣੇ ਤੇ ਜ਼ਰੂਰ ਪਹੁੰਚਾਵਾਂਗੇ। ਹਾਂਜੀ ਜੀ। ਮਨਪ੍ਰੀਤ ਜੀ, ਅਗਲੀ ਖਬਰ ਜਿਹੜੀ ਤੁਸੀਂ ਕਹਿੰਦੇ ਹੰਝੂ ਗੈਸ ਬਾਰੇ ਵੀ ਤੁਹਾਨੂੰ ਦੱਸਦੇ, ਜਿਹੜੇ ਕਰੋਨਾ ਕਰਕੇ ਫੈਲ ਸਕਦੀ ਜੇ ਉਹਦੇ ਨਾਲ ਜ਼ਿਆਦਾ। ਅਮਰੀਕਾ ਦੇ ਵਿੱਚ ਮਾਹਿਰ ਨੇ ਜੀ, ਉਹਨਾਂ ਨੇ ਸਲਾਹ ਦਿੱਤੀ ਆ ਕਿ ਹੰਝੂ ਗੈਸ ਨੇ, ਜੋ ਉੱਥੇ ਤੁਹਾਨੂੰ ਪਤਾ ਕਿ ਜੋ ਵਿਡਰੋ ਚੱਲਦਾ ਪਿਆ ਜੀ, ਕੁਝ ਦਿਨ ਪਹਿਲਾਂ ਇੱਕ ਬੰਦੇ ਦੀ ਡੈਥ ਹੋਈ ਸੀਗੀ ਜੀ, ਉਹਦੇ ਕਰਕੇ ਵਿਡਰੋ ਚੱਲੀ ਜਾਂਦਾ ਹੈਗਾ ਜੀ। ਉਸ ਚੱਕਰ ਵਿੱਚ ਕੀ ਹੋ ਰਿਹਾ ਕਿ ਹੰਝੂ ਗੈਸ ਦੀ ਯੂਜ਼ ਹੋ ਰਿਹਾ, ਵਰਤੋਂ ਹੋ ਰਿਹਾ, ਟੀਅਰ ਗੈਸ ਜਿਹਨੂੰ ਆਪਾਂ ਕਹਿੰਦੇ ਆ। ਉਹ ਕਹਿੰਦੇ ਕਿ ਇਹਦੇ ਨਾਲ ਕਰੋਨਾ ਹੋਰ ਜ਼ਿਆਦਾ ਫੈਲ ਸਕਦਾ। ਅੱਛਾ, ਉਹਦੇ ਨਾਲ ਖਤਰਾ ਫੈਲਣ ਦਾ, ਕਿਉਂਕਿ ਨਾ ਇਤਲੇ ਚ ਕੰਨ ਹੁੰਦੇ ਆ, ਵਾਸ਼ਕ ਹੁੰਦੇ ਆ ਇਹਦੇ, ਉਹਨਾਂ ਚ ਚੜ ਕੇ ਅੱਗੇ ਗਾਂ ਦੀ ਗਾਂ ਫੈਲ ਸਕਦਾ ਜੀ। ਇਹ ਤੇ ਕਹਿੰਦੇ ਧਿਆਨ ਦਿੱਤਾ ਜਾਵੇ ਜੀ। ਤੇ ਅਸੀਂ ਵੀ ਕਹਾਂਗੇ ਕਿ ਇਸ ਚੀਜ਼ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ। ਇਹ ਨਾ ਹੋਵੇ ਕਿ ਚਲੋ ਜੋ ਹੁੰਦਾ ਪਿਆ ਉਹਨੂੰ ਕਿਸੇ ਤਰੀਕੇ ਸ਼ਾਂਤਮਈ ਤਰੀਕੇ ਨਾਲ ਇਸ ਚੀਜ਼ ਦਾ ਹੱਲ ਕੱਢਿਆ ਜਾਵੇ। ਬਿਲਕੁਲ ਜੀ ਬਿਲਕੁਲ। ਮਨਪ੍ਰੀਤ ਜੀ, ਇੱਕ ਤੁਹਾਨੂੰ ਬੜਾ ਹੀ ਦਰਦਨਾਕ ਹਾਦਸਾ ਜਿਹੜਾ ਸਾਡੇ ਵਾਪਰਿਆ ਫਰੀਦਕੋਟ ਦੇ ਵਿੱਚ ਦੱਸਣ ਜਾ ਰਹੇ ਹਾਂ। ਬੜਾ ਹੀ ਦਿਲ ਦਹਿਲਾਉਣ ਵਾਲਾ ਹਾਦਸਾ ਅੱਜ ਵਾਪਰਿਆ। ਕੀ ਹੋਇਆ, ਫਰੀਦਕੋਟ ਤੋਂ ਮੁਕਤਸਰ ਨੂੰ ਬਾਈਕ 'ਤੇ ਸਵਾਰ ਇੱਕ ਔਰਤ ਤੇ ਇੱਕ ਆਦਮੀ ਜਾ ਰਹੇ ਸਨ। ਰਸਤੇ ਦੇ ਵਿੱਚ ਉਹਨਾਂ ਦੀ ਚੁੰਨੀ ਜਿਹੜੀ ਆ, ਉਸ ਔਰਤ ਦੀ ਜਿਹੜਾ ਮੂੰਹ ਕਰੋਨਾ ਦੇ ਕਾਰਨ ਦੱਸਿਆ ਜਾ, ਸਰਕਾਰਾਂ ਨੇ ਕਿਹਾ ਕਿ ਮੂੰਹ ਬੰਨ੍ਹ ਕੇ ਰੱਖਣਾ, ਇੱਦਾਂ ਮੂੰਹ 'ਤੇ ਬੰਨ੍ਹੀ ਹੋਈ ਸੀ। ਤੇ ਕੀ ਹੋਇਆ ਮਨਪ੍ਰੀਤ ਜੀ, ਮੂੰਹ ਤੋਂ ਚੁੰਨੀ ਲੈ ਕੇ ਕਿਤੇ ਇੱਕ ਲੜ ਜਿਹੜਾ ਚੁੰਨੀ ਦਾ ਪਿੱਛੇ ਮੋਟਰਸਾਈਕਲ ਦੇ ਵਿੱਚ ਜਾ ਕੇ ਜਿਹੜਾ ਚੱਕੇ ਦੇ ਵਿੱਚ ਫਸ ਗਿਆ। ਤੇ ਫਸਣ ਦੇ ਕਾਰਨ ਉਹ ਚੁੰਨੀ ਤੇ ਉਹ ਲੜਕੀ ਦਾ ਜਿਹੜਾ ਔਰਤ ਦਾ ਗਲਾ ਜਿਹੜਾ ਘੁੱਟਿਆ ਗਿਆ। ਦੱਸਿਆ ਕਿ ਉੱਥੇ ਜਦੋਂ ਰਾਸਤੇ ਵਿੱਚ ਮੋਟਰਸਾਈਕਲ ਤੇ ਉਹ ਡਿੱਗ ਪਈ, ਜਦੋਂ ਜਾਂ ਗੇੜਾ ਪੈ ਗਿਆ ਤੇ ਦਬਾਅ ਪੈਂਦਾ ਗਿਆ। ਇਹ ਪਹਿਲੀ ਡੈਥ ਨਹੀਂ ਹੈਗੀ ਜੀ, ਹਾਦਸਾ ਵਾਪਰਿਆ, ਔਰਤ ਦੀ ਮੌਤ ਹੋ ਗਈ ਜੀ। ਵਾੜੇ ਦਰਾਕੇ ਪਿੰਡ ਦੇ ਕੋਲੇ ਜਿਹੜੀ ਮੌਤ ਹੋਈ ਆ, ਜਦੋਂ ਫਰੀਦਕੋਟ ਤੋਂ ਕੋਟਕਪੂਰੇ ਮੁਕਤਸਰ ਨੂੰ ਜਾਈਦਾ, ਵਾੜਾ ਦਰਾਕਾ ਪਿੰਡ ਆਉਂਦਾ, ਉੱਥੇ ਉਹਦੀ ਮੌਤ ਹੋ ਗਈ ਹੈ। ਤਾਂ ਇਹ ਇਹੋ ਜਿਹੇ ਹਾਦਸੇ ਅਕਸਰ ਹੀ ਵਰਤਦੇ ਰਹਿੰਦੇ ਆ। ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਆ ਕਿ ਜਦੋਂ ਤੁਸੀਂ ਬਾਈਕ 'ਤੇ ਜਾਂਦੇ ਹੋ, ਖਾਸ ਕਰਕੇ ਮੋਟਰਸਾਈਕਲ, ਸਕੂਟਰ, ਸਕੂਟਰੀ, ਐਕਟਿਵਾ ਜਾਂ ਕਿਸੇ 'ਤੇ ਵੀ ਜਾਂਦੇ ਹੋ, ਤਾਂ ਆਪਦਾ ਜਿਹੜਾ ਦੁਪੱਟਾ ਜਾਂ ਚੁੰਨੀ ਦਾ ਬਹੁਤ ਧਿਆਨ ਰੱਖਣ ਦੀ ਲੋੜ ਆ, ਕਿਉਂਕਿ ਇਹੋ ਜਿਹੇ ਹਾਦਸੇ ਆਮ ਹੀ ਦੇਖਦੇ ਹਾਂ ਵਾਪਰਦੇ। ਅਸੀਂ ਇਸ ਜਿਹੜੀ ਘਟਨਾ ਨੂੰ ਬਹੁਤ ਹੀ ਮੰਦਭਾਗੀ ਹੋਈ ਆ ਤੇ ਅਸੀਂ ਦੁੱਖ ਪ੍ਰਗਟਾਵਾ ਕਰਦੇ ਹਾਂ ਆਪਣੇ ਵੱਲੋਂ ਜੀ। ਮਨਪ੍ਰੀਤ ਜੀ, ਆਪਾਂ ਜਿਹੜੀ ਅਪਡੇਟ ਦੀ ਗੱਲ ਕਰੀਏ ਜੀ, ਦੇਖੋ ਜੀ ਅਪਡੇਟ ਜਿਹੜੀ ਹੈਗੀ ਆ ਇੰਡੀਆ ਤੋਂ ਮੇਨ ਆ ਰਹੀ ਹੈ ਕਿ ਇੰਡੀਆ ਕੱਲ੍ਹ 7ਵੇਂ ਸੀਗਾ, ਅੱਜ ਹੁਣ ਇਹ 6ਵੇਂ
ਥਾਂ ਤੇ ਪਹੁੰਚ ਗਿਆ। ਦੇਖੋ ਦਰਸ਼ਕੋ, ਇੱਥੇ ਤੁਹਾਨੂੰ ਦੱਸਣਾ ਬਣਦਾ ਕਿ ਇੰਡੀਆ ਦੇ ਵਿੱਚ ਕੇਸ ਜਿਹੜੇ ਦਿਨ ਬ ਦਿਨ ਵੱਧਦੇ ਜਾ ਰਹੇ ਆ। ਪਿਛਲੇ 2 ਦਿਨ ਤੋਂ 10,000 ਪਲੱਸ ਆ ਰਹੇ ਆ। 7ਵੇਂ ਨੰਬਰ ਤੋਂ ਮਨਪ੍ਰੀਤ ਜੀ ਤੁਸੀਂ ਦੱਸ ਰਹੇ ਹੋ, ਅੱਜ ਜਿਹੜਾ 6ਵੇਂ ਨੰਬਰ ਤੇ ਆ ਗਿਆ। ਤੇ ਜੀ ਮਨਪ੍ਰੀਤ ਜੀ, ਅੱਗੇ ਗੱਲ ਕਰੀਏ। ਟੋਟਲ ਜਿਹੜੇ ਵਰਲਡ ਦੇ ਕੇਸ ਨੇ 68,69,136 ਕੇਸ ਆਏ ਨੇ ਹੁਣ ਤੱਕ ਪੂਰੀ ਦੁਨੀਆ ਦੇ ਵਿੱਚ ਜੀ। 30,000 ਕੇਸ ਨਵੇਂ ਨੇ ਜੀ। ਡੈਥ ਹੋ ਚੁੱਕੀਆਂ ਜੀ 4 ਲੱਖ ਦੇ ਕਰੀਬ ਪਹੁੰਚਣ ਵਾਲੇ ਆ। 3,98,587 ਡੈਥ ਹੋ ਚੁੱਕੀਆਂ ਤੇ ਰਿਕਵਰ ਹੋਏ ਨੇ 33,63,594। 31,06,955 ਲੋਕ ਨੇ ਜਿਹੜੇ ਹਜੇ ਤੱਕ ਐਕਟਿਵ ਨੇ ਜੀ, ਜਿਨ੍ਹਾਂ ਵਿੱਚੋਂ 53,637 ਲੋਕਾਂ ਦੀ ਜਿਹੜੀ ਹੈਗੀ ਹਾਲਤ ਬਹੁਤ ਨਾਜ਼ੁਕ ਹੈ ਜੀ। ਇੰਡੀਆ ਦਾ ਜਿਹੜਾ ਅੰਕੜਾ ਹੈਗਾ ਉਹ 20 ਲੱਖ ਦੇ ਕਰੀਬ ਪਹੁੰਚਣ ਵਾਲਾ। 19,65,912 ਹੁਣ ਤੱਕ ਕੇਸ ਆਏ ਨੇ ਉੱਥੇ। 1,11,394 ਮੌਤਾਂ ਹੋ ਚੁੱਕੀਆਂ ਤੇ 11 ਲੱਖ ਜੀ ਤੇ 15,700 ਜਿਹੜੇ ਨਾਸ਼ੀ ਨੇ ਉੱਥੇ ਉਹ ਐਕਟਿਵ ਕੇਸ ਨੇ ਜੀ। ਇਸ ਤੋਂ ਨੰਬਰ ਬ੍ਰਾਜ਼ੀਲ ਦਾ ਦੂਜਾ। ਬ੍ਰਾਜ਼ੀਲ ਵਿੱਚ 3 ਲੱਖ ਤੇ 8,875 ਐਕਟਿਵ ਕੇਸ ਨੇ ਤੇ 35,047 ਮੌਤਾਂ ਹੋ ਚੁੱਕੀਆਂ। ਅੱਛਾ ਜੀ। ਰਸ਼ੀਆ ਦੇ ਵਿੱਚ ਜਿਹੜੇ ਕੇਸ ਨੇ ਐਕਟਿਵ 2,31,576 ਤੇ 57,125 ਮੌਤਾਂ ਹੋ ਚੁੱਕੀਆਂ। ਚੌਥੇ ਨੰਬਰ ਤੇ ਸਪੇਨ ਆ, ਇਹਨਾਂ ਨੇ ਮੌਤਾਂ ਦੀ ਦੱਸੀ ਆ 27,134 ਤੇ ਯੂਕੇ 40,200 ਛੇਵੇਂ ਨੰਬਰ ਤੇ ਇੰਡੀਆ ਆ ਗਿਆ ਜੀ ਹੁਣ ਜੀ। 650 ਮੌਤਾਂ ਹੋ ਚੁੱਕੀਆਂ ਜੀ ਤੇ 1,16,843 ਐਕਟਿਵ ਕੇਸ ਨੇ ਜੀ। ਇਹ ਯਾਨੀ ਕਿ ਪੂਰੀ ਦੁਨੀਆ ਦੀ ਗੱਲ ਸੀਗੀ। ਇੰਡੀਆ ਦੇ ਵਿੱਚ ਹਾਲ ਉਹੀ ਆ ਜੀ, ਸਭ ਤੋਂ ਜ਼ਿਆਦਾ ਜਿਹੜਾ ਆਪਾਂ ਕਹਿੰਦੇ ਆ ਜੀ ਜੀ ਤੁਹਾਨੂੰ ਪਤਾ ਹੀ ਹੈ ਜੀ। ਇੰਡੀਆ 6ਵੇਂ ਨੰਬਰ ਤੇ ਆ ਗਿਆ। ਇੰਡੀਆ ਦੀ ਜਿਹੜੀ ਆ ਅਪਡੇਟ ਦੱਸਣ ਜਾ ਰਹੇ ਆ ਮਨਪ੍ਰੀਤ ਜੀ ਸਾਡੇ ਦਰਸ਼ਕਾਂ ਨੂੰ। ਮਹਾਰਾਸ਼ਟਰ ਵਿੱਚ ਸਭ ਤੋਂ ਜ਼ਿਆਦਾ ਕੇਸ ਹੋ ਗਏ ਨੇ ਜੀ। ਮਹਾਰਾਸ਼ਟਰ ਟੋਟਲ ਜਿਹੜੇ ਕੇਸ ਨੇ ਹੁਣ ਤੱਕ ਕਨਫਰਮ ਕੇਸ ਹੋਏ ਨੇ ਆਪਣੇ ਇੰਡੀਆ ਦੇ ਵਿੱਚ 2,37,756 ਕੇਸ ਹੋਏ ਨੇ ਜੀ। 1,17,613 ਐਕਟਿਵ ਕੇਸ ਨੇ। 1,13,400 ਤੇ 81 ਜਿਹੜੇ ਕੇਸ ਨੇ ਉਹ ਰਿਕਵਰ ਹੋਏ ਨੇ ਤੇ 450 ਡੈਥ ਹੋ ਚੁੱਕੀ ਹੈ ਜੀ। ਮਹਾਰਾਸ਼ਟਰ ਦੇ ਸਭ ਤੋਂ ਜ਼ਿਆਦਾ ਕੇਸ ਆਏ ਨੇ। ਆਪਾਂ ਚਲੋ ਵੈਸੇ ਐਕਟਿਵ ਤੇ ਡੈਥ ਹੀ ਦੱਸਦੇ ਆ। ਮਹਾਰਾਸ਼ਟਰ 42,224 ਐਕਟਿਵ ਕੇਸ ਨੇ ਤੇ 2,849 ਡੈਥ ਹੋ ਚੁੱਕੀ ਆ। ਤਮਿਲਨਾਡੂ ਵਿੱਚ 12,697 ਐਕਟਿਵ ਕੇਸ ਨੇ ਤੇ 235 ਡੈਥ ਹੋ ਚੁੱਕੀ ਆ। ਦਿੱਲੀ ਦੇ ਵਿੱਚ 15,311 ਐਕਟਿਵ ਕੇਸ ਨੇ 700 ਤੇ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ। ਗੁਜਰਾਤ ਵਿੱਚ 4918 ਐਕਟਿਵ ਕੇਸ ਨੇ 1100 ਤੇ 90 ਲੋਕਾਂ ਦੀ ਡੈਥ ਹੋ ਚੁੱਕੀ ਹੈ ਜੀ। ਰਾਜਸਥਾਨ ਵਿੱਚ 2525 ਐਕਟਿਵ ਕੇਸ ਨੇ ਤੇ 219 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਪੀ ਦੇ ਵਿੱਚ 3,328 ਐਕਟਿਵ ਕੇਸ ਨੇ ਤੇ 257 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ। ਐਮਪੀ ਦੇ ਵਿੱਚ 2,734 ਐਕਟਿਵ ਕੇਸ ਨੇ 384 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ। ਅਨਸਾਈਨਡ ਕੇਸ ਨੇ ਜਿਹੜੇ ਉਹ 8192 ਨੇ। ਵੈਸਟ ਬੰਗਾਲ ਦੇ ਵਿੱਚ 4,025 ਜਿਹੜੇ ਐਕਟਿਵ ਕੇਸ ਨੇ 366 ਲੋਕਾਂ ਦੀ ਮੌਤ ਹੋ ਚੁੱਕੀ। ਕਰਨਾਟਕਾ ਦੇ ਵਿੱਚ 3,083 ਐਕਟਿਵ ਕੇਸ ਨੇ 57 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਿਹਾਰ ਦੇ ਵਿੱਚ 2,483 ਐਕਟਿਵ ਕੇਸ ਨੇ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਂਧਰਾ ਪ੍ਰਦੇਸ਼ ਦੇ ਵਿੱਚ 1,766 ਐਕਟਿਵ ਕੇਸ ਨੇ ਜੀ ਤੇ 73 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ। ਹਰਿਆਣਾ ਦੇ ਕੇਸ ਬਹੁਤ ਵੱਧ ਰਹੇ ਨੇ ਜੀ। 2,542 ਉੱਥੇ ਐਕਟਿਵ ਕੇਸ ਨੇ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ। JNK ਦੇ ਵਿੱਚ 2,202 ਐਕਟਿਵ ਕੇਸ ਨੇ 36 ਲੋਕਾਂ ਦੀ ਮੌਤ ਹੋ ਚੁੱਕੀ ਆ। ਤੇਲੰਗਾਨਾ ਦੇ ਵਿੱਚ 1,550 ਜਿਹੜੇ ਐਕਟਿਵ ਕੇਸ ਨੇ ਤੇ 113 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੜੀਸਾ ਦੇ ਵਿੱਚ 1,055 ਐਕਟਿਵ ਕੇਸ ਨੇ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ। ਪੰਜਾਬ ਦੇ ਵਿੱਚ 344 ਐਕਟਿਵ ਕੇਸ ਨੇ ਤੇ 48 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ। ਅਸਾਮ ਦੇ ਵਿੱਚ 1,770 ਐਕਟਿਵ ਕੇਸ ਨੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਰਲਾ ਦੇ ਵਿੱਚ 973 ਐਕਟਿਵ ਕੇਸ ਨੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਤਰਾਖੰਡ ਦੇ ਵਿੱਚ 886 ਐਕਟਿਵ ਕੇਸ ਨੇ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਝਾਰਖੰਡ ਦੇ ਵਿੱਚ 575 ਐਕਟਿਵ ਕੇਸ ਨੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ। ਛੱਤੀਸਗੜ੍ਹ ਦੇ ਵਿੱਚ 630 ਐਕਟਿਵ ਕੇਸ ਨੇ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤ੍ਰਿਪੁਰਾ ਦੇ ਵਿੱਚ 521 ਐਕਟਿਵ ਕੇਸ ਨੇ ਕੋਈ ਮੌਤ ਨਹੀਂ। ਹਿਮਾਚਲ ਦੇ ਵਿੱਚ 199 ਐਕਟਿਵ ਕੇਸ ਨੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਡੀਗੜ੍ਹ ਦੇ ਵਿੱਚ 31 ਐਕਟਿਵ ਕੇਸ ਨੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੋਆ ਦੇ ਵਿੱਚ 131 ਐਕਟਿਵ ਕੇਸ ਨੇ ਕੋਈ ਮੌਤ ਨਹੀਂ ਹੋਈ। ਮਨੀਪੁਰ ਦੇ ਵਿੱਚ 99 ਐਕਟਿਵ ਕੋਈ ਮੌਤ ਨਹੀਂ। ਨਾਗਾਲੈਂਡ ਦੇ ਵਿੱਚ 107 ਐਕਟਿਵ ਕੋਈ ਮੌਤ ਨਹੀਂ। ਪੌਂਡੀਚੇਰੀ ਦੇ ਵਿੱਚ 61 ਐਕਟਿਵ ਕੇਸ ਨੇ ਕੋਈ ਮੌਤ ਨਹੀਂ। ਲਦਾਖ ਦੇ ਵਿੱਚ 48 ਐਕਟਿਵ ਕੇਸ ਨੇ ਤੇ 1 ਮੌਤ ਹੋ ਚੁੱਕੀ ਹੈ ਜੀ। ਅਰੁਣਾਚਲ ਪ੍ਰਦੇਸ਼ ਦੇ 45 ਐਕਟਿਵ ਕੇਸ ਨੇ ਕੋਈ ਮੌਤ ਨਹੀਂ। ਅੰਡੇਮਾਨ ਨਿਕੋਬਾਰ ਦੇ ਵਿੱਚ ਕੋਈ ਮੌਤ ਨਹੀਂ, ਕੋਈ ਐਕਟਿਵ ਕੇਸ ਨਹੀਂ ਹੈਗਾ। ਮੇਘਾਲਿਆ ਦੇ ਵਿੱਚ 19 ਐਕਟਿਵ ਕੇਸ ਨੇ 1 ਡੈਥ ਹੋ ਚੁੱਕੀ ਹੈ ਜੀ। ਮਿਜ਼ੋਰਮ ਦੇ ਵਿੱਚ 23 ਐਕਟਿਵ ਕੇਸ ਨੇ ਕੋਈ ਮੌਤ ਨਹੀਂ। ਦਾਦਰਾ ਨਗਰ ਹਵੇਲੀ ਦੇ 13 ਐਕਟਿਵ ਕੇਸ ਨੇ ਕੋਈ ਮੌਤ ਨਹੀਂ। ਸਿੱਕਿਮ ਦੇ 3 ਹੁਣ ਤੱਕ ਐਕਟਿਵ ਕੇਸ ਅਤੇ ਕੋਈ ਮੌਤ ਨਹੀਂ ਹੋਈ ਜੀ। ਗੱਲ ਕਰੀਏ ਪੰਜਾਬ ਦੀ ਅਪਡੇਟ ਦੀ ਮਨਪ੍ਰੀਤ ਜੀ, ਪੰਜਾਬ ਦੇ ਜ਼ਿਲ੍ਹਿਆਂ ਦੀ ਵੀ ਅਪਡੇਟ ਦਿੱਤੀ ਜਾਵੇ ਜੀ। ਹੁਣ ਦਰਸ਼ਕੋ ਤੁਹਾਨੂੰ ਪੰਜਾਬ ਦੇ ਜ਼ਿਲ੍ਹਿਆਂ ਦੀ ਅਪਡੇਟ ਦੱਸਣ ਜਾ ਰਹੇ ਮਨਪ੍ਰੀਤ ਜੀ। ਇਹ ਜਿਹੜੇ ਹੈਗੇ ਕਿੰਨੇ ਕੇਸ ਵਧੇ ਪੰਜਾਬ ਦੇ ਵਿੱਚ 2400 ਤੇ ਤੇਰੇ 61 ਐਕਟਿਵ ਕੇਸ ਨੇ ਹੁਣ ਤੱਕ ਜੀ। ਜਿਹੜੇ ਕਨਫਰਮ ਕੇਸ ਆਏ ਨੇ 344 ਐਕਟਿਵ ਕੇਸ ਨੇ ਤੇ 48 ਮੌਤਾਂ ਹੋ ਚੁੱਕੀਆਂ ਜੀ। 48
ਐਕਟਿਵ ਕੇਸ ਨੇ ਅੰਮ੍ਰਿਤਸਰ ਦੇ ਵਿੱਚ 77 ਤੇ 7 ਮੌਤਾਂ ਹੋ ਚੁੱਕੀਆਂ, ਜਲੰਧਰ ਦੇ ਵਿੱਚ 46 ਐਕਟਿਵ ਕੇਸ ਨੇ 8 ਮੌਤਾਂ ਹੋ ਚੁੱਕੀਆਂ, ਲੁਧਿਆਣਾ ਦੇ ਵਿੱਚ 58 ਐਕਟਿਵ ਕੇਸ ਨੇ 9 ਮੌਤਾਂ ਹੋ ਚੁੱਕੀਆਂ ਜੀ। ਤਰਨਤਾਰਨ ਦੇ ਵਿੱਚ 4 ਐਕਟਿਵ ਕੇਸ ਨੇ 1 ਮੌਤ ਹੋ ਚੁੱਕੀ ਹੈ, ਗੁਰਦਾਸਪੁਰ ਦੇ ਵਿੱਚ 14 ਐਕਟਿਵ ਕੇਸ ਨੇ 3 ਮੌਤਾਂ ਹੋ ਚੁੱਕੀਆਂ ਜੀ। ਹੁਸ਼ਿਆਰਪੁਰ ਦੇ 13 ਐਕਟਿਵ ਕੇਸ ਨੇ 5 ਮੌਤਾਂ ਹੋ ਚੁੱਕੀਆਂ ਜੀ। ਪਟਿਆਲਾ 'ਚ 18 ਐਕਟਿਵ ਕੇਸ ਨੇ ਤੇ 2 ਡੈਥ ਹੋ ਚੁੱਕੀ ਹੈ ਜੀ। ਐਸਐਸ ਨਗਰ ਮਹੱਲੇ ਵਿੱਚ 17 ਐਕਟਿਵ ਕੇਸ ਨੇ 3 ਮੌਤਾਂ ਹੋ ਚੁੱਕੀਆਂ। ਸ਼ਹੀਦ ਭਗਤ ਸਿੰਘ ਨਗਰ 5 ਐਕਟਿਵ ਕੇਸ ਨੇ 1 ਮੌਤ ਹੋ ਚੁੱਕੀ ਹੈ ਜੀ। ਸੰਗਰੂਰ 'ਚ 12 ਐਕਟਿਵ ਕੇਸ ਨੇ, ਕੋਈ ਮੌਤ ਨਹੀਂ ਹੋਈ। ਪਠਾਨਕੋਟ 'ਚ 35 ਐਕਟਿਵ ਕੇਸ ਨੇ ਤੇ 3 ਮੌਤਾਂ ਹੋ ਚੁੱਕੀਆਂ ਜੀ। ਰੂਪਨਗਰ 'ਚ 11 ਐਕਟਿਵ ਕੇਸ ਨੇ 1 ਮੌਤ ਹੋ ਚੁੱਕੀ ਹੈ ਜੀ। ਸ੍ਰੀ ਮੁਕਤਸਰ ਸਾਹਿਬ 'ਚ 4 ਐਕਟਿਵ ਕੇਸ ਨੇ, ਕੋਈ ਮੌਤ ਨਹੀਂ। ਫਰੀਦਕੋਟ 'ਚ 6 ਐਕਟਿਵ ਕੇਸ ਨੇ, ਕੋਈ ਮੌਤ ਨਹੀਂ। ਫਤਿਹਗੜ੍ਹ ਸਾਹਿਬ 'ਚ 8 ਐਕਟਿਵ ਕੇਸ ਨੇ, ਕੋਈ ਮੌਤ ਨਹੀਂ। ਮੋਗਾ ਦੇ ਵਿੱਚ ਇਸ ਟਾਈਮ 1 ਐਕਟਿਵ ਕੇਸ ਹੈ ਤੇ ਕੋਈ ਮੌਤ ਨਹੀਂ। ਬਠਿੰਡਾ ਦੇ ਵਿੱਚ 9 ਐਕਟਿਵ ਕੇਸ ਨੇ ਤੇ ਕੋਈ ਮੌਤ ਨਹੀਂ। ਫਿਰੋਜ਼ਪੁਰ ਦੇ ਵਿੱਚ ਕੋਈ ਵੀ ਐਕਟਿਵ ਕੇਸ ਨਹੀਂ ਹੈਗਾ ਤੇ 1 ਡੈਥ ਹੋ ਚੁੱਕੀ ਹੈ ਜੀ ਉੱਥੇ। ਫਾਜ਼ਿਲਕਾ 'ਚ 3 ਐਕਟਿਵ ਕੇਸ ਨੇ ਤੇ ਕੋਈ ਮੌਤ ਨਹੀਂ। ਕਪੂਰਥਲਾ 'ਚ 4 ਐਕਟਿਵ ਕੇਸ ਨੇ, 3 ਮੌਤਾਂ ਹੋ ਚੁੱਕੀਆਂ। ਮਾਨਸਾ ਦੇ ਵਿੱਚ ਕੋਈ ਮੌਤ ਨਹੀਂ, ਕੋਈ ਐਕਟਿਵ ਕੇਸ ਨਹੀਂ ਹੈਗਾ ਤੇ ਬਰਨਾਲਾ ਦੇ ਵਿੱਚ 2 ਐਕਟਿਵ ਕੇਸ ਨੇ ਤੇ 1 ਡੈਥ ਹੋ ਚੁੱਕੀ ਹੈ ਜੀ। ਬਹੁਤ ਧੰਨਵਾਦ ਤੁਹਾਡਾ ਮਨਪ੍ਰੀਤ ਜੀ, ਤੁਸੀਂ ਪੰਜਾਬ ਦੀ ਤੇ ਪੂਰੀ ਦੁਨੀਆ ਦੀ ਅਪਡੇਟ ਦੱਸੀ ਹੈ। ਦਰਸ਼ਕੋ ਤੁਸੀਂ ਸੁਣ ਹੀ ਲਿਆ ਕਿ ਮਨਪ੍ਰੀਤ ਜੀ ਨੇ ਦੱਸਿਆ ਕਿ ਜਿਹੜੇ ਕਰੋਨਾ ਪੋਜ਼ਿਟਿਵ ਮਾਮਲੇ ਨੇ ਦਿਨ ਬੇ ਦਿਨ ਵੱਧਦੇ ਜਾ ਰਹੇ ਨੇ ਤੇ ਇੱਥੇ ਸਰਕਾਰਾਂ ਵੱਲੋਂ ਇੱਕ ਪਾਸੇ ਖੁੱਲ੍ਹ ਵੀ ਦਿੱਤੀ ਗਈ, ਦੇਣੀ ਵੀ ਬਣਦੀ ਸੀ ਮਨਪ੍ਰੀਤ। ਇੱਕ ਗੱਲ ਹੋਰ ਗੱਲ ਕਰਾਂਗੇ ਜੀ ਇੱਥੇ ਜੀ ਮਨਪ੍ਰੀਤ। ਬਾਕੀ ਸਾਰਿਆਂ ਦੇ ਗ੍ਰਾਫ ਦੇਖਿਓ, ਉਹਨਾਂ ਨੇ ਖੁੱਲ੍ਹ ਉਦੋਂ ਦਿੱਤੀ ਜਦੋਂ ਕੇਸ ਘਟਣ ਲੱਗੇ ਸੀਗੇ। ਇਹਨਾਂ ਨੇ ਉਦੋਂ ਇੱਥੇ ਵੱਧ ਰਹੇ ਨੇ ਤੇ ਇਸ ਕਰਕੇ ਆਪ ਦਾ ਧਿਆਨ ਤੁਹਾਨੂੰ ਆਪ ਰੱਖਣਾ ਪੈਣਾ। ਸਰਕਾਰਾਂ ਵੀ ਇੱਕ ਪਾਸੇ ਮਜਬੂਰ ਆ ਖੁੱਲ੍ਹ ਦੇਣ ਦੇ ਲਈ, ਕਿਉਂਕਿ ਕਾਰੋਬਾਰ ਸਾਰੇ ਠੱਪ ਪਏ ਸਨ ਮਨਪ੍ਰੀਤ ਜੀ, ਤਾਂ ਗੁਜ਼ਾਰਾ ਕਰਨਾ ਬੜਾ ਔਖਾ ਹੋਇਆ ਪਿਆ ਸੀ ਦੁਨੀਆ ਦਾ, ਜੋ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਔਖਾ ਹੈ ਨਾ। ਤੇ ਦਰਸ਼ਕੋ ਚਲੋ ਸਰਕਾਰਾਂ ਨੇ ਖੋਲ੍ਹ ਦਿੱਤੀ ਆ, ਪਰ ਇਹਦੇ ਵਿੱਚ ਤੁਸੀਂ ਆਪਣੀ ਸੇਫਟੀ ਆਪ ਵਰਤਣੀ ਹੈ। ਸਹੀ ਗੱਲ ਹੈ ਜੀ। ਘਰੋਂ ਨਿਕਲਣ ਸਮੇਂ ਮਾਸਕ, ਸੈਨੀਟਾਈਜ਼ਰ, ਸਾਬਣ ਨਾਲ ਹੱਥ ਵਾਰ-ਵਾਰ ਧੋਂਦੇ ਰਹੋ। ਇੱਕ ਵਾਰ ਫਿਰ ਮਨਪ੍ਰੀਤ ਜੀ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ, ਕਿਉਂਕਿ ਤੁਸੀਂ ਸਾਨੂੰ ਦੁਨੀਆ ਦੇ ਬਾਰੇ ਜਾਣਕਾਰੀ ਦਿੰਦੇ ਹੋ, ਨਵੀਆਂ ਤੇ ਤਾਜ਼ਾ ਖਬਰਾਂ ਦੱਸਦੇ ਹੋ। ਦਰਸ਼ਕੋ ਤੁਹਾਨੂੰ ਫਿਰ ਇੱਕ ਵਾਰ ਤੋਂ ਅਸੀਂ ਦੱਸ ਦਈਏ ਕਿ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਦਿੱਲੀ ਇਮੀਗ੍ਰੇਸ਼ਨ ਸਰਵਿਸ ਨੇ। ਜ਼ਿਆਦਾ ਜਾਣਕਾਰੀ ਲਈ ਤੁਸੀਂ ਥੱਲੇ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਤਾਂ ਫਿਰ ਮਨਪ੍ਰੀਤ ਜੀ ਆਪਾਂ ਜਿਹੜਾ ਹੈਗਾ ਇਜਾਜ਼ਤ ਲਈਏ ਜੀ ਦਰਸ਼ਕਾਂ ਤੋਂ। ਕਾਫੀ ਹੋ ਗਿਆ ਜੀ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਫਿਰ ਮਿਲਦੇ ਆ ਅਗਲੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਹੁਣ ਸਾਨੂੰ ਦਿਓ ਆ ਗਿਆ। ਧੰਨਵਾਦ ਜੀ।